ਡੇਵਿਡ ਜੇ ਸ਼ਵਾਰਜ਼ ਦਾ ਅਗਲਾ ਵਿਸ਼ਾ ਹੈ ਵੱਡਾ ਕਿਵੇਂ ਸੋਚੀਏ। ਹੁਣੇ ਮੈਂ ਇੱਕ ਵੱਡੀ ਉਦਯੋਗਿਕ ਕੰਪਨੀ ਦੀ ਰੋਜ਼ਗਾਰ ਮਾਹਿਰ ਨਾਲ ਚਰਚਾ ਕੀਤੀ। ਇਹ ਮਾਹਿਰ ਹਰ ਸਾਲ 4 ਮਹੀਨੇ ਕਾਲਜਾਂ 'ਚ ਜਾ ਕੇ ਉੱਥੋਂ ਦੇ ਹੋਣਹਾਰ ਸੀਨੀਅਰ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਦੇ ਜੂਨੀਅਰ ਐਗਜ਼ੀਕਿਊਟਿਵ ਟ੍ਰੇਨਿੰਗ ਪ੍ਰੋਗਰਾਮ ਲਈ ਚੁਣਦੀ ਸੀ। ਉਹਦੀਆਂ ਗੱਲਾਂ ਤੋਂ ਲੱਗਿਆ ਜਿਸ ਤਰ੍ਹਾਂ ਉਹ ਵਿਦਿਆਰਥੀਆਂ ਦੇ ਰਵੱਈਏ ਤੋਂ ਨਿਰਾਸ਼ ਸੀ। ਮੈਂ ਹਰ ਦਿਨ 8 ਤੋਂ 10 ਇਹੋ ਜਿਹੇ ਕਾਲਜ ਸੀਨੀਅਰਾਂ ਦਾ ਇੰਟਰਵਿਊ ਲੈਂਦੀ ਹਾਂ ਜਿਹੜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ। ਅਸੀਂ ਸਕਰੀਨਿੰਗ ਇੰਟਰਵਿਊ 'ਚ ਜਿਸ ਗੱਲ 'ਤੇ ਸਭ ਤੋਂ ਜ਼ਿਆਦਾ ਧਿਆਨ ਦਿੰਦੇ ਹਾਂ ਉਹ ਹੁੰਦੀ ਹੈ ਉਹਨਾਂ ਦੀ ਪ੍ਰੇਰਨਾ, ਉਹਨਾਂ ਦਾ ਜ਼ਿੰਦਗੀ 'ਚ ਨਿਸ਼ਾਨਾ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਇਹ ਵਿਅਕਤੀ ਕੁਝ ਸਾਲ ਬਾਅਦ ਸਾਡੇ ਲਈ ਵੱਡੇ ਪ੍ਰੋਜੈਕਟ ਕਰ ਸਕਦਾ ਹੈ, ਸਾਡੇ ਬ੍ਰਾਂਚ ਜਾਂ ਦਫ਼ਤਰ ਜਾਂ ਫੈਕਟਰੀ ਨੂੰ ਸੰਭਾਲ ਸਕਦਾ ਜਾਂ ਕਿਸੇ ਹੋਰ ਤਰੀਕੇ ਨਾਲ ਕੰਪਨੀ ਲਈ ਵੱਡੀ ਜ਼ਿੰਮੇਵਾਰੀ ਚੁੱਕ ਸਕਦਾ। ਮੈਨੂੰ ਇਹ ਕਹਿਣਾ ਪਏਗਾ ਕਿ ਮੈਂ ਜਿਨ੍ਹਾਂ ਲੋਕਾਂ ਨਾਲ ਚਰਚਾ ਕਰਦੀ ਹਾਂ ਉਹਨਾਂ 'ਚੋਂ ਜ਼ਿਆਦਾਤਰ ਸੀਨੀਅਰਾਂ ਦੇ ਨਿੱਜੀ ਟੀਚਿਆਂ ਨੂੰ ਵੇਖ ਕੇ ਮੈਂ ਖੁਸ਼ ਨਹੀਂ ਹਾਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ 22 ਸਾਲ ਦੇ ਮੁੰਡੇ ਸਾਡੀਆਂ ਬਾਕੀ ਚੀਜ਼ਾਂ ਤੋਂ ਜ਼ਿਆਦਾ ਸਾਡੇ ਰਿਟਾਇਰਮੈਂਟ ਪਲਾਨ 'ਚ ਰੁਚੀ ਲੈਂਦੇ ਹਨ। ਉਹਨਾਂ ਦਾ ਦੂਜਾ ਪਸੰਦੀਦਾ ਸਵਾਲ ਹੁੰਦਾ ਹੈ ਕਿ ਮੈਨੂੰ ਘੁੰਮਣ ਨੂੰ ਮਿਲੇਗਾ। ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਸਫਲਤਾ ਦਾ ਸ਼ਬਦ ਸੁਰੱਖਿਆ ਦਾ ਕਵਚ ਹੁੰਦਾ ਹੈ। ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੀ ਕੰਪਨੀ ਨਾਲ ਜੋੜਨ ਦਾ ਖਤਰਾ ਕਿਉਂ ਲਈਏ? ਅੱਜ ਦਾ ਨੌਜਵਾਨ ਬਾਕੀ ਗੱਲਾਂ 'ਚ ਇੰਨਾ ਜ਼ਿਆਦਾ ਆਧੁਨਿਕ ਹੋ ਗਿਆ ਹੈ, ਲੇਕਿਨ ਮੇਰੀ ਸਮਝ 'ਚ ਇਹ ਨਹੀਂ ਆਉਂਦਾ ਕਿ ਉਹ ਹੁਣ ਵੀ ਆਪਣੇ ਭਵਿੱਖ ਬਾਰੇ ਇੰਨਾ ਸੁੱਕੜਿਆ ਰਵੱਈਆ ਕਿਉਂ ਰੱਖਦਾ ਹੈ। ਹਰ ਦਿਨ ਮੌਕੇ ਵੱਧਦੇ ਜਾ ਰਹੇ ਹਨ। ਵਿਗਿਆਨਕ ਤੇ ਉਦਯੋਗਿਕ ਖੇਤਰਾਂ 'ਚ ਸਾਡਾ ਦੇਸ਼ ਰਿਕਾਰਡ ਤੋੜ ਰਿਹਾ ਹੈ। ਸਾਡੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਜੇ ਅਮਰੀਕਾ ਵਿੱਚ ਪ੍ਰਗਤੀ ਦਾ ਕੋਈ ਯੁੱਗ ਹੈ ਤਾਂ ਉਹ ਇਹੀ ਹੈ। ਹੁਣ ਜੇਕਰ ਇੰਨੇ ਸਾਰੇ ਲੋਕਾਂ ਦੀ ਸੋਚ ਇੰਨੀ ਛੋਟੀ ਹੈ ਤਾਂ ਇਹਦਾ ਅਰਥ ਇਹ ਹੋਇਆ ਕਿ ਜੇਕਰ ਤੁਸੀਂ ਸੱਚੀ ਵੱਡਾ ਸੋਚਦੇ ਹੋ ਤਾਂ ਤੁਹਾਡੇ ਸਾਹਮਣੇ ਬਹੁਤ ਘੱਟ ਮੁਕਾਬਲਾ ਹੈ ਤੇ ਤੁਹਾਡੇ ਲਈ ਵੱਡਾ ਕੈਰੀਅਰ ਦਾ ਰਾਹ ਖੁੱਲ੍ਹਿਆ ਹੋਇਆ ਹੈ। ਸਫਲਤਾ ਦੇ ਮਾਮਲੇ 'ਚ ਲੋਕਾਂ ਨੂੰ ਇੰਚ ਜਾਂ ਪਾਉਂਡ ਦੇ ਹਿਸਾਬ ਨਾਲ ਨਹੀਂ ਮਾਪਿਆ ਜਾ ਸਕਦਾ, ਨਾ ਹੀ ਉਹਨਾਂ ਕਾਲਜਾਂ ਦੀਆਂ ਡਿਗਰੀਆਂ ਤੋਂ ਜਾਂ ਪਰਿਵਾਰਕ ਪਿਛੋਕੜ ਦੇ ਪੈਮਾਨੇ ਨਾਲ ਮਾਪਿਆ ਜਾਂਦਾ ਹੈ। ਉਹਨਾਂ ਨੂੰ ਤਾਂ ਉਹਨਾਂ ਦੀ ਸੋਚ ਦੇ ਆਕਾਰ ਨਾਲ ਮਾਪਿਆ ਜਾਂਦਾ ਹੈ। ਤੁਸੀਂ ਕਿੰਨਾ ਵੱਡਾ ਸੋਚਦੇ ਹੋ, ਇਹੀ ਤੁਹਾਡੀਆਂ ਉਪਲਬਧੀਆਂ ਦੇ ਆਕਾਰ ਨੂੰ ਤੈਅ ਕਰਦਾ ਹੈ। ਵੇਖਦੇ ਹਾਂ ਕਿ ਅਸੀਂ ਕਿਵੇਂ ਤੁਹਾਡੀ ਸੋਚ ਨੂੰ ਵੱਡਾ ਕਰ ਸਕਦੇ ਹਾਂ। ਕਦੇ ਤੁਸੀਂ ਆਪਣੇ ਆਪ ਨੂੰ ਪੁੱਛਿਆ ਕਿ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ? ਸ਼ਾਇਦ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਆਪਣੇ ਆਪ ਦਾ ਮੁਲਾਂਕਣ ਘੱਟ ਕਰਨ ਦੀ ਹੁੰਦੀ ਹੈ। ਮਤਲਬ ਕਿ ਆਪਣੇ ਆਪ ਨੂੰ ਸਸਤੇ 'ਚ ਵੇਚਣ ਦੀ ਕਮਜ਼ੋਰੀ। ਸਵੈ ਮੁਲਾਂਕਣ ਵਿੱਚ ਘਾਟ ਅਣਗਿਣਤ ਤਰੀਕਿਆਂ ਨਾਲ ਸਾਫ਼ ਦਿਖਦੀ ਹੈ। ਜਾਨ ਅਖਬਾਰ ਵਿੱਚ ਇੱਕ ਨੌਕਰੀ ਦੇ ਵਿਗਿਆਪਨ ਨੂੰ ਵੇਖਦਾ ਹੈ। ਉਹ ਇਸੇ ਤਰ੍ਹਾਂ ਦੀ ਨੌਕਰੀ ਕਰਨਾ ਚਾਹੁੰਦਾ ਹੈ, ਪਰ ਉਹ ਇਹਦੇ ਲਈ ਕੋਈ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਉਹ ਸੋਚਦਾ ਮੈਂ ਇਸ ਨੌਕਰੀ ਦੇ ਕਾਬਿਲ ਨਹੀਂ ਹਾਂ, ਇਸ ਲਈ ਕੋਸ਼ਿਸ਼ ਕਰਨ ਦੀ ਮਿਹਨਤ ਕਿਉਂ ਕਰਾਂ। ਜਾਂ ਜਿਮ ਜੌਨ ਦੇ ਨਾਲ ਡੇਟਿੰਗ ਤੇ ਜਾਣਾ ਚਾਹੁੰਦਾ ਹੈ, ਪਰ ਉਹ ਨਹੀਂ ਪੁੱਛਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹ ਤਿਆਰ ਨਹੀਂ ਹੋਏਗੀ। ਟੌਮ ਨੂੰ ਲੱਗਦਾ ਹੈ ਕਿ ਮਿਸਟਰ ਰਿਚਰਡਸ ਉਹਦੇ ਮਾਲ ਦੇ ਚੰਗੇ ਗਾਹਕ ਹੋ ਸਕਦੇ ਹਨ, ਪਰ ਟਾਮ ਰਿਚਰਡਸ ਨੂੰ ਮਿਲਣ ਨਹੀਂ ਜਾਂਦਾ। ਉਹਨੂੰ ਲੱਗਦਾ ਹੈ ਕਿ ਮਿਸਟਰ ਰਿਚਰਡਸ ਵਰਗੇ ਵੱਡੇ ਬੰਦੇ ਉਹਨੂੰ ਨਹੀਂ ਮਿਲਣਗੇ। ਪੀਟ ਨੌਕਰੀ ਲਈ ਦਰਖਾਸਤ ਭਰ ਰਿਹਾ ਹੈ। ਉਸ 'ਚ ਇੱਕ ਸਵਾਲ ਪੁੱਛਿਆ ਜਾਂਦਾ ਹੈ, ਤੁਸੀਂ ਸ਼ੁਰੂਆਤ 'ਚ ਕਿੰਨੀ ਤਨਖਾਹ ਚਾਹੋਗੇ? ਪੀਟ ਇੱਕ ਛੋਟੀ ਜਿਹੀ ਰਕਮ ਲਿਖ ਦਿੰਦਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹ ਇਹ ਤੋਂ ਜ਼ਿਆਦਾ ਤਨਖਾਹ ਦੇ ਕਾਬਿਲ ਨਹੀਂ ਹੈ, ਜਦ ਕਿ ਉਹ ਇਹ ਤੋਂ ਜ਼ਿਆਦਾ ਤਨਖਾਹ ਪਾਉਣਾ ਚਾਹੁੰਦਾ ਹੈ। ਹਜ਼ਾਰਾਂ ਸਾਲਾਂ ਤੋਂ ਦਾਰਸ਼ਨਿਕ ਸਾਨੂੰ ਇਹ ਚੰਗੀ ਸਲਾਹ ਦਿੰਦੇ ਆ ਰਹੇ ਹੈ, ਆਪਣੇ ਆਪ ਨੂੰ ਜਾਣੋ। ਪਰ ਜ਼ਿਆਦਾਤਰ ਲੋਕ ਇਸ ਸਲਾਹ ਦਾ ਅਰਥ ਇਹ ਕੱਢਦੇ ਹੈ ਕਿ ਆਪਣੇ ਆਪ ਦੇ ਨਕਾਰਾਤਮਕ ਪਹਿਲੂਆਂ ਨੂੰ ਜਾਣੋ। ਜ਼ਿਆਦਾਤਰ ਸਵੈ ਮੁਲਾਂਕਣ ਵਿੱਚ ਲੋਕ ਆਪਣੀਆਂ ਗਲਤੀਆਂ, ਘਾਟਾਂ, ਨਾਕਾਬਲੀਅਤ ਦੀ ਲੰਮੀ ਜਿਹੀ ਮਾਨਸਿਕ ਸੂਚੀ ਬਣਾ ਲੈਂਦੇ ਹਨ। ਸਾਨੂੰ ਆਪਣੀਆਂ ਕਮੀਆਂ ਦਾ ਪਤਾ ਹੋਵੇ ਇਹ ਚੰਗੀ ਗੱਲ ਹੈ। ਇਹਨਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਸਾਨੂੰ ਇਹਨਾਂ ਖੇਤਰਾਂ 'ਚ ਸੁਧਾਰ ਕਰਨਾ ਪੈਣਾ ਹੈ। ਪਰ ਜੇਕਰ ਅਸੀਂ ਕੇਵਲ ਆਪਣੇ ਨਕਾਰਾਤਮਕ ਪਹਿਲੂ ਨੂੰ ਹੀ ਜਾਣ ਪਾਏ ਤਾਂ ਅਸੀਂ ਪਰੇਸ਼ਾਨੀ 'ਚ ਫਸ ਜਾਵਾਂਗੇ। ਸਾਡਾ ਮੁੱਲ ਆਪਣੀਆਂ ਨਜ਼ਰਾਂ 'ਚ ਘੱਟ ਹੋ ਜਾਏਗਾ। ਇੱਥੇ ਇੱਕ ਅਭਿਆਸ ਦਿੱਤਾ ਗਿਆ ਜਿਸ ਨਾਲ ਤੁਸੀਂ ਆਪਣੇ ਸੱਚੇ ਆਕਾਰ ਨੂੰ ਮਾਪ ਸਕਦੇ ਹੋ। ਮੈਂ ਇਸ ਨੂੰ ਐਗਜ਼ੀਕਿਊਟਿਵ ਦੇ ਸੇਲਸ ਪਰਸਨਲ ਦੇ ਆਪਣੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਅਜ਼ਮਾਇਆ ਹੈ। ਇਹ ਵਾਕਈ ਕੰਮ ਕਰਦਾ ਹੈ। ਆਪਣੇ 5 ਗੁਣਾਂ ਨੂੰ ਤੈਅ ਕਰੋ। ਪਹਿਲਾ ਪੁਆਇੰਟ ਹੈ
ਕਿਸੇ ਨਿਰਪੱਖ ਦੋਸਤ ਦੀ ਸਹਾਇਤਾ ਲਓ, ਜਿਵੇਂ ਤੁਹਾਡੀ ਪਤਨੀ, ਤੁਹਾਡਾ ਸੀਨੀਅਰ, ਤੁਹਾਡਾ ਪ੍ਰੋਫੈਸਰ, ਕੋਈ ਸਿਆਣਾ ਬੰਦਾ ਜਿਹੜਾ ਤੁਹਾਨੂੰ ਸੱਚਾ ਮਸ਼ਵਰਾ ਦੇ ਸਕੇ। ਗੁਣਾਂ ਦੇ ਉਦਾਹਰਣ ਹਨ ਸਿੱਖਿਆ, ਤਜਰਬਾ, ਤਕਨੀਕੀ ਯੋਗਤਾ, ਹੁਲੀਆ, ਸੰਤੁਲਿਤ ਘਰੇਲੂ ਜੀਵਨ, ਰਵੱਈਆ, ਵਿਅਕਤਿਤਵ, ਲੀਡਰਸ਼ਿਪ ਦੀ ਯੋਗਤਾ। ਦੂਸਰਾ, ਹਰ ਗੁਣ ਦੇ ਸਾਹਮਣੇ ਆਪਣੇ ਉਹਨਾਂ 3 ਜਾਣੇ ਪਛਾਣੇ ਬੰਦਿਆਂ ਦੇ ਨਾਂ ਲਿਖ ਲਓ ਜਿਹੜੇ ਬਹੁਤ ਸਫਲ ਹਨ, ਪਰ ਉਹਨਾਂ 'ਚ ਇਹ ਗੁਣ ਉਨੀ ਮਾਤਰਾ 'ਚ ਨਹੀਂ ਜਿੰਨੀ ਮਾਤਰਾ 'ਚ ਤੁਹਾਡੇ 'ਚ ਹਨ। ਇਸ ਅਭਿਆਸ ਨੂੰ ਪੂਰਾ ਕਰ ਲੈਣ ਤੇ ਪਾਓਗੇ ਕਿ ਤੁਸੀਂ ਕਿਸੇ ਨਾ ਕਿਸੇ ਗੱਲ ਵਿੱਚ ਕਈ ਸਫਲ ਲੋਕਾਂ ਤੋਂ ਅੱਗੇ ਹੋ। ਇਮਾਨਦਾਰੀ ਨਾਲ ਤੁਸੀਂ ਇੱਕ ਹੀ ਨਤੀਜੇ ਤੇ ਪੁੱਜ ਸਕਦੇ ਹੋ। ਤੁਸੀਂ ਜਿੰਨਾ ਸੋਚਦੇ ਹੋ ਤੁਸੀਂ ਉਹ ਤੋਂ ਵੱਡੇ ਹੋ, ਇਸ ਲਈ ਤੁਸੀਂ ਆਪਣੀ ਸੋਚ ਨੂੰ ਵੀ ਆਪਣੇ ਆਕਾਰ ਦੇ ਹਿਸਾਬ ਨਾਲ ਬਣਾ ਲਓ। ਓਨਾ ਹੀ ਵੱਡਾ ਸੋਚੋ ਜਿੰਨੇ ਵੱਡੇ ਤੁਸੀਂ ਹੋ, ਤੇ ਕਦੇ ਆਪਣੇ ਆਪ ਨੂੰ ਸਸਤਾ ਨਾ ਵੇਚੋ। ਜਿਹੜਾ ਬੰਦਾ ਅਚਲ ਸ਼ਬਦ ਲਈ ਦੁਰਭੇਦ ਸ਼ਬਦ ਦਾ ਇਸਤੇਮਾਲ ਕਰਦਾ ਜਾਂ ਬੱਚਤ ਲਈ ਘੱਟ ਖਰਚ ਸ਼ਬਦ ਦਾ, ਉਹਦੇ ਬਾਰੇ ਅਸੀਂ ਇਹ ਜਾਣ ਜਾਂਦੇ ਹਾਂ ਕਿ ਉਹਦੀ ਸ਼ਬਦਾਵਲੀ ਦਾ ਦਾਇਰਾ ਵੱਡਾ ਹੈ, ਪਰ ਕੀ ਉਹਦੇ ਕੋਲ ਇੱਕ ਵੱਡੇ ਚਿੰਤਕ ਦੀ ਸ਼ਬਦਾਵਲੀ ਹੈ? ਸ਼ਾਇਦ ਨਹੀਂ। ਜਿਹੜੇ ਲੋਕ ਮੁਸ਼ਕਿਲ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ, ਜਿਹੜੇ ਲੋਕ ਇਸ ਤਰ੍ਹਾਂ ਦੇ ਅਲੰਕਾਰਕ ਵਾਕਾਂ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ਨੂੰ ਸਮਝਣ 'ਚ ਆਮ ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ, ਉਹ ਦਰਅਸਲ ਦਿਖਾਵਟੀ ਤੇ ਘਮੰਡੀ ਲੋਕ ਹੁੰਦੇ ਹਨ, ਤੇ ਦਿਖਾਵਟੀ ਲੋਕ ਆਮ ਕਰਕੇ ਛੋਟੇ ਚਿੰਤਕ ਹੁੰਦੇ ਹਨ। ਕਿਸੇ ਆਦਮੀ ਦੀ ਸ਼ਬਦਾਵਲੀ ਦਾ ਮਹੱਤਵਪੂਰਨ ਪੈਮਾਨਾ ਉਹਦੇ ਸ਼ਬਦਾਂ ਦੀ ਗਿਣਤੀ ਜਾਂ ਆਕਾਰ ਨਹੀਂ ਹੈ। ਅਸਲ ਮਹੱਤਵ ਦੀ ਗੱਲ ਤਾਂ ਇਹ ਹੈ ਕਿ ਉਹਦੇ ਸ਼ਬਦਾਂ ਦਾ ਉਸ ਤੇ ਸਾਹਮਣੇ ਵਾਲੇ ਤੇ ਕੀ ਅਸਰ ਪੈ ਰਿਹਾ ਹੈ। ਇੱਥੇ ਇੱਕ ਬੁਨਿਆਦੀ ਗੱਲ ਦੱਸੀ ਜਾ ਰਹੀ ਹੈ। ਅਸੀਂ ਸ਼ਬਦਾਂ ਜਾਂ ਵਾਕਾਂ ਵਿੱਚ ਨਹੀਂ ਸੋਚਦੇ, ਅਸੀਂ ਤਸਵੀਰਾਂ ਜਾਂ ਬਿੰਬਾਂ ਰਾਹੀਂ ਸੋਚਦੇ ਹਾਂ। ਸ਼ਬਦਾਂ ਵਿਚਾਰਾਂ ਲਈ ਕੱਚਾ ਮਾਲ ਹਨ। ਜਦੋਂ ਉਹਨਾਂ ਨੂੰ ਬੋਲਿਆ ਜਾਂ ਪੜ੍ਹਿਆ ਜਾਂਦਾ ਤਾਂ ਸਾਡਾ ਦਿਮਾਗੀ ਕੰਪਿਊਟਰ ਇਹਨਾਂ ਸ਼ਬਦਾਂ ਨੂੰ ਆਪਣੇ ਆਪ ਤਸਵੀਰਾਂ 'ਚ ਬਦਲ ਦਿੰਦਾ ਹੈ। ਹਰ ਸ਼ਬਦ, ਹਰ ਵਾਕ ਤੁਹਾਡੇ ਦਿਮਾਗ 'ਚ ਇੱਕ ਵੱਖਰੀ ਤਸਵੀਰ ਬਣਾਉਂਦਾ ਹੈ। ਜੇ ਕੋਈ ਇਹ ਕਹਿੰਦਾ ਹੈ ਕਿ ਜਿਮ ਨੇ ਇੱਕ ਨਵਾਂ ਸਪਿਰਿਟ ਲੈਂਪ ਖਰੀਦਿਆ ਤਾਂ ਸਾਡੇ ਦਿਮਾਗ 'ਚ ਇੱਕ ਨਵੀਂ ਵੱਖਰੀ ਤਸਵੀਰ ਬਣਦੀ ਹੈ, ਪਰ ਜੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਮ ਨੇ ਇੱਕ ਨਵਾਂ ਰੈਂਚ ਹਾਊਸ ਖਰੀਦਿਆ ਹੈ, ਤੁਹਾਡੇ ਦਿਮਾਗ 'ਚ ਦੂਜੀ ਤਸਵੀਰ ਬਣਦੀ ਹੈ। ਸਾਡੇ ਦਿਮਾਗ ਅੰਦਰ ਵੱਖ-ਵੱਖ ਤਸਵੀਰਾਂ ਵੱਖ-ਵੱਖ ਸ਼ਬਦਾਂ ਕਾਰਨ ਬਣਦੀਆਂ ਹਨ। ਇਹਨੂੰ ਇਸ ਢੰਗ ਨਾਲ ਦੇਖੋ, ਜਦ ਤੁਸੀਂ ਬੋਲਦੇ ਜਾਂ ਲਿਖਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਤੋਂ ਦੂਜੇ ਲੋਕਾਂ ਦੇ ਦਿਮਾਗ 'ਚ ਫਿਲਮ ਦਿਖਾਉਣ ਵਾਲੇ ਪ੍ਰੋਜੈਕਟਰ ਦਾ ਕੰਮ ਕਰ ਰਹੇ ਹੁੰਦੇ ਹੋ। ਤੁਸੀਂ ਜਿਸ ਤਰ੍ਹਾਂ ਦੀ ਫਿਲਮ ਦਿਖਾਓਗੇ, ਸਾਹਮਣੇ ਵਾਲੇ ਤੇ ਤੁਹਾਡਾ ਪ੍ਰਭਾਵ ਉਸੇ ਤਰ੍ਹਾਂ ਦਾ ਪਏਗਾ। ਮੰਨ ਲਓ ਤੁਸੀਂ ਲੋਕਾਂ ਨੂੰ ਇਹ ਦੱਸਦੇ ਹੋ ਕਿ ਮੈਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਅਸੀਂ ਅਸਫਲ ਹੋ ਗਏ ਹਾਂ। ਇਸ ਵਾਕ ਦਾ ਨਕਾਰਾਤਮਕ ਲੋਕਾਂ ਤੇ ਕੀ ਅਸਰ ਹੋਏਗਾ? ਇਹਨਾਂ ਸ਼ਬਦਾਂ ਰਾਹੀਂ ਉਹ ਹਾਰ, ਨਿਰਾਸ਼ਾ ਤੇ ਦੁੱਖ ਦੇ ਚਿੱਤਰ ਨੂੰ ਦੇਖਣਗੇ ਜਿਸ 'ਚ ਅਸਫਲ ਸ਼ਬਦ ਵਿੱਚ ਛੁਪਿਆ ਹੋਇਆ ਹੈ। ਇਹਦੀ ਬਜਾਏ ਜੇ ਤੁਸੀਂ ਕਹਿੰਦੇ ਹੋ ਕਿ ਇਹ ਰਿਹਾ ਇੱਕ ਨਵਾਂ ਉਪਾਅ ਜਿਸ ਨਾਲ ਅਸੀਂ ਸਫਲ ਹੋ ਸਕਦੇ ਹਾਂ ਤਾਂ ਇਸ ਨਾਲ ਉਹਨਾਂ ਦਾ ਉਤਸ਼ਾਹ ਵੱਧ ਜਾਏਗਾ, ਤਾਂ ਇੱਕ ਵਾਰ ਫਿਰ ਕੋਸ਼ਿਸ਼ ਕਰਨ ਨੂੰ ਤਿਆਰ ਹੋ ਜਾਣਗੇ। ਮੰਨ ਲਓ ਤੁਸੀਂ ਕਹਿੰਦੇ ਹੋ ਸਾਡੇ ਸਾਹਮਣੇ ਇੱਕ ਸਮੱਸਿਆ ਹੈ। ਇਸ ਤਰ੍ਹਾਂ ਕਹਿ ਕੇ ਤੁਸੀਂ ਦੂਜਿਆਂ ਦੇ ਦਿਮਾਗ ਵਿੱਚ ਤੁਸੀਂ ਇੱਕ ਇਹੋ ਜਿਹੀ ਤਸਵੀਰ ਬਣਾ ਦਿੰਦੇ ਹੋ ਜਿਹਨੂੰ ਸੁਲਝਾਉਣ 'ਚ ਮੁਸ਼ਕਿਲ ਤੇ ਨਾਪਸੰਦਗੀ ਹੋਏਗੀ। ਇਹਦੀ ਬਜਾਏ ਤੁਸੀਂ ਕਹੋ ਸਾਡੇ ਸਾਹਮਣੇ ਇੱਕ ਚੁਣੌਤੀ ਹੈ। ਇਸ ਵਾਕ ਨਾਲ ਤੁਸੀਂ ਇੱਕ ਇਹੋ ਜਿਹੀ ਦਿਮਾਗੀ ਤਸਵੀਰ ਬਣਾ ਦਿੰਦੇ ਹੋ ਜਿਸ 'ਚ ਆਨੰਦ ਹੈ, ਖੇਡ ਹੈ, ਕਰਨ ਲਈ ਕੁਝ ਚੰਗਾ ਹੈ। ਜਾਂ ਕਿਸੇ ਸਮੂਹ ਨੂੰ ਕਹੋ ਅਸੀਂ ਕਾਫੀ ਵੱਡਾ ਖਰਚ ਕੀਤਾ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਖਰਚ ਕੀਤਾ ਹੋਇਆ ਪੈਸਾ ਕਦੇ ਵਾਪਸ ਨਹੀਂ ਮੁੜੇਗਾ। ਨਿਸ਼ਚਿਤ ਤੌਰ ਤੇ ਇਹ ਨਕਾਰਾਤਮਕ ਵਾਕ ਹੈ। ਇਹਦੀ ਬਜਾਏ ਇਹ ਕਹੋ ਅਸੀਂ ਕਾਫੀ ਵੱਡਾ ਨਿਵੇਸ਼ ਕੀਤਾ ਹੈ। ਲੋਕ ਇਹੋ ਜਿਹੀ ਤਸਵੀਰ ਬਣਾ ਲੈਣਗੇ ਜਿਸ 'ਚ ਪਿੱਛੇ ਫਾਇਦਾ ਮੁੜਦਾ ਹੋਇਆ ਦਿਖਦਾ ਹੈ ਤੇ ਇਹ ਇੱਕ ਬਹੁਤ ਸੁਖਦ ਦ੍ਰਿਸ਼ ਹੁੰਦਾ ਹੈ। ਮੁੱਦੇ ਦੀ ਗੱਲ ਇਹ ਹੈ, ਵੱਡੇ ਚਿੰਤਕਾਂ 'ਚ ਆਪਣੇ ਤੇ ਦੂਜਿਆਂ ਦੇ ਦਿਮਾਗਾਂ ਵਿੱਚ ਸਕਾਰਾਤਮਕ, ਪ੍ਰਗਤੀਸ਼ੀਲ ਤੇ ਆਸ਼ਾਵਾਦੀ ਤਸਵੀਰਾਂ ਬਣਾਉਣ ਦੀ ਕਲਾ ਹੁੰਦੀ ਹੈ। ਵੱਡੀ ਸੋਚ ਲਈ ਸਾਨੂੰ ਇਹੋ ਜਿਹੇ ਸ਼ਬਦਾਂ ਤੇ ਵਾਕਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਹੜਾ ਵੱਡੇ ਸਕਾਰਾਤਮਕ ਚਿੱਤਰ ਪ੍ਰਦਾਨ ਕਰ ਸਕਣ। ਹੇਠਾਂ ਖੱਬੇ ਹੱਥ ਦੇ ਕਾਲਮ 'ਚ ਕੁਝ ਵਾਕ ਦਿੱਤੇ ਗਏ ਹੈ ਜਿਨ੍ਹਾਂ ਤੋਂ ਛੋਟੇ ਨਕਾਰਾਤਮਕ, ਨਿਰਾਸ਼ਾਜਨਕ ਵਿਚਾਰ ਪੈਦਾ ਹੁੰਦੇ ਹੈ। ਸੱਜੇ ਹੱਥ ਦੇ ਕਾਲਮ ਵਿੱਚ ਉਹਨਾਂ ਪ੍ਰਸਥਿਤੀਆਂ ਨੂੰ ਵੱਡੇ ਸਕਾਰਾਤਮਕ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ। ਪੜ੍ਹਦੇ ਸਮੇਂ ਆਪਣੇ ਆਪ ਨੂੰ ਪੁੱਛੋ ਮੈਂ ਕਿਸ ਤਰ੍ਹਾਂ ਦੇ ਦਿਮਾਗੀ ਚਿੱਤਰ ਵੇਖ ਰਿਹਾ। ਪਹਿਲਾ, ਨਕਾਰਾਤਮਕ, ਛੋਟੇ ਮਾਨਸਿਕ ਚਿੱਤਰ ਪੈਦਾ ਕਰਨ ਵਾਲੇ ਵਾਕ। ਇਸ ਨਾਲ ਕੋਈ ਫਾਇਦਾ ਨਹੀਂ ਹੋਏਗਾ, ਅਸੀਂ ਹਾਰ ਚੁੱਕੇ ਹਾਂ। ਸਕਾਰਾਤਮਕ, ਅਸੀਂ ਅਜੇ ਹਾਰੇ ਨਹੀਂ ਹਾਂ, ਅਸੀਂ ਕੋਸ਼ਿਸ਼ ਕਰਦੇ ਰਹਾਂਗੇ।
ਇਹ ਰਿਹਾ ਇੱਕ ਨਵਾਂ ਉਪਾਅ ਜਿਸ ਨਾਲ ਅਸੀਂ ਸਫਲ ਹੋ ਸਕਦੇ ਹਾਂ। ਦੂਸਰਾ, ਨਕਾਰਾਤਮਕ। ਮੈਂ ਪਹਿਲਾਂ ਹੀ ਇਹ ਬਿਜ਼ਨਸ ਕੀਤਾ, ਇਸ 'ਚ ਸਫਲ ਹੋ ਗਿਆ ਸੀ, ਮੈਂ ਹੁਣ ਦੂਜੀ ਵਾਰੀ ਭੁੱਲ ਕੇ ਵੀ ਕੋਸ਼ਿਸ਼ ਨਹੀਂ ਕਰਾਂਗਾ। ਸਕਾਰਾਤਮਕ। ਮੈਂ ਇੱਕ ਵਾਰ ਇਸ 'ਚ ਜ਼ਰੂਰ ਅਸਫਲ ਹੋਇਆ ਸੀ, ਪਰ ਉਸ ਵਿੱਚ ਗਲਤੀ ਮੇਰੀ ਹੀ ਸੀ। ਹੁਣ ਮੈਂ ਇੱਕ ਵਾਰ ਫੇਰ ਕੋਸ਼ਿਸ਼ ਕਰਕੇ ਵੇਖਾਂਗਾ ਤੇ ਉਸ ਗਲਤੀ ਨੂੰ ਨਹੀਂ ਦੁਹਰਾਵਾਂਗਾ। ਤੀਸਰਾ, ਨਕਾਰਾਤਮਕ। ਮੈਂ ਕੋਸ਼ਿਸ਼ ਕਰਕੇ ਵੇਖਿਆ ਪਰ ਇਹ ਮਾਲ ਵਿਕਦਾ ਹੀ ਨਹੀਂ, ਲੋਕ ਇਹਨੂੰ ਖਰੀਦਣਾ ਨਹੀਂ ਚਾਹੁੰਦੇ। ਸਕਾਰਾਤਮਕ। ਹੁਣ ਤੱਕ ਮੈਂ ਇਹ ਮਾਲ ਨਹੀਂ ਵੇਚ ਪਾਇਆ, ਪਰ ਮੈਂ ਜਾਣਦਾ ਕਿ ਚੰਗਾ ਹੈ ਤੇ ਮੈਂ ਇਹੋ ਜਿਹਾ ਫਾਰਮੂਲਾ ਲੱਭ ਲਵਾਂਗਾ ਜਿਸ ਨਾਲ ਇਹ ਫਟਾਫਟ ਵਿਕਣ ਲੱਗੇ। ਚੌਥਾ, ਬਾਜ਼ਾਰ ਮਾਲ ਨਾਲ ਭਰਿਆ ਪਿਆ ਹੈ। ਸੋਚੋ 75% ਸੰਭਾਵਿਤ ਮਾਲ ਤਾਂ ਪਹਿਲੇ ਵਿਕ ਚੁੱਕਿਆ ਹੈ। ਚੰਗਾ ਹੋਏਗਾ ਕਿ ਮੈਂ ਇਸ ਤੋਂ ਬਾਹਰ ਨਿਕਲ ਆਵਾਂ। ਸਕਾਰਾਤਮਕ। ਸੋਚੋ 25% ਬਾਜ਼ਾਰ ਤਾਂ ਖੁੱਲਿਆ ਪਿਆ, ਮੈਂ ਬਿਲਕੁਲ ਕੋਸ਼ਿਸ਼ ਕਰਾਂਗਾ, ਇੱਕ ਬਹੁਤ ਵੱਡਾ ਮੌਕਾ ਹੈ। ਨਕਾਰਾਤਮਕ। ਇਹਨਾਂ ਦੇ ਆਰਡਰ ਛੋਟੇ ਹੁੰਦੇ ਹਨ, ਮੈਂ ਹੁਣ ਇਹਨਾਂ ਦੇ ਕੋਲ ਨਹੀਂ ਜਾਵਾਂਗਾ। ਸਕਾਰਾਤਮਕ। ਇਹਨਾਂ ਦੇ ਆਰਡਰ ਹੁਣ ਤਾਂ ਹੀ ਛੋਟੇ ਹਨ, ਮੈਂ ਇਹੋ ਜਿਹੀ ਯੋਜਨਾ ਬਣਾਉਣਾ ਜਿਸ ਨਾਲ ਉਹ ਮੇਰੇ ਤੋਂ ਹੋਰ ਜ਼ਿਆਦਾ ਮਾਲ ਖਰੀਦਣ। ਛੇਵਾਂ, ਨਕਾਰਾਤਮਕ। ਤੁਹਾਡੀ ਕੰਪਨੀ 'ਚ ਸਿਖਰ ਤੇ ਪੁੱਜਣ ਲਈ ਮੈਨੂੰ 5 ਸਾਲ ਲੱਗਣਗੇ ਤੇ 5 ਸਾਲ ਬੜਾ ਲੰਮਾ ਸਮਾਂ, ਮੇਰੀ ਇਸ 'ਚ ਕੋਈ ਰੁਚੀ ਨਹੀਂ ਹੈ। ਸਕਾਰਾਤਮਕ। 5 ਸਾਲ ਦਾ ਸਮਾਂ ਜ਼ਿਆਦਾ ਨਹੀਂ ਹੁੰਦਾ। ਜ਼ਰਾ ਸੋਚੋ, ਇਸ ਤੋਂ ਬਾਅਦ ਵੀ ਮੇਰੇ ਕੋਲ ਸਿਖਰ ਤੇ ਕਾਇਮ ਰਹਿਣ ਲਈ 30 ਸਾਲ ਦਾ ਸਮਾਂ ਬਾਕੀ ਰਹਿੰਦਾ ਹੈ। 7ਵਾਂ ਪੁਆਇੰਟ, ਨਕਾਰਾਤਮਕ। ਪ੍ਰਤੀਯੋਗੀ ਕੰਪਨੀ ਦੇ ਕੋਲ ਹਰ ਫਾਇਦਾ ਹੈ, ਮੈਂ ਉਹਨਾਂ ਦੇ ਮੁਕਾਬਲੇ ਆਪਣਾ ਮਾਲ ਕਿਸ ਤਰ੍ਹਾਂ ਵੇਚ ਸਕਦਾ। ਸਕਾਰਾਤਮਕ। ਪ੍ਰਤੀਯੋਗੀ ਕੰਪਨੀ ਦਮਦਾਰ ਹੈ, ਸੋ ਇਸ ਤੋਂ ਇਨਕਾਰ ਨਹੀਂ ਕਰਦਾ, ਪਰ ਕਿਸੇ ਦੇ ਵੀ ਕੋਲ ਪੂਰੇ ਫਾਇਦੇ ਨਹੀਂ ਹੁੰਦੇ। ਅਸੀਂ ਬੈਠ ਕੇ ਸੋਚੀਏ ਤੇ ਇਹੋ ਜਿਹਾ ਤਰੀਕਾ ਲੱਭੀਏ ਜਿਸ ਨਾਲ ਅਸੀਂ ਉਹਨਾਂ ਨੂੰ ਹਰਾ ਸਕੀਏ। 8ਵਾਂ, ਨਕਾਰਾਤਮਕ। ਕੋਈ ਵੀ ਉਹ ਮਾਲ ਨਹੀਂ ਖਰੀਦੇਗਾ। ਸਕਾਰਾਤਮਕ। ਅਜੋਕੇ ਦੌਰ 'ਚ ਸ਼ਾਇਦ ਇਹਨੂੰ ਵੇਚਿਆ ਨਾ ਜਾ ਸਕੇ, ਪਰ ਅਸੀਂ ਕੁਝ ਪਰਿਵਰਤਨਾਂ ਬਾਰੇ ਵਿਚਾਰ ਕਰ ਇਹਨੂੰ ਵੇਚ ਸਕਦੇ ਹਾਂ। 9ਵਾਂ, ਨਕਾਰਾਤਮਕ। ਅਸੀਂ ਤਦੋਂ ਤਾਈਂ ਇੰਤਜ਼ਾਰ ਕਰੀਏ ਜਦ ਤਾਈਂ ਮੰਦੀ ਨਹੀਂ ਆ ਜਾਂਦੀ, ਫਿਰ ਅਸੀਂ ਸਟਾਕ ਖਰੀਦਾਂਗੇ। ਸਕਾਰਾਤਮਕ। ਅਸੀਂ ਹੁਣੇ ਨਿਵੇਸ਼ ਕਰਦੇ ਹਾਂ, ਅਸੀਂ ਮੰਦੀ ਬਾਰੇ ਕਿਉਂ ਸੋਚੀਏ, ਅਸੀਂ ਖੁਸ਼ਹਾਲੀ ਤੇ ਆਪਣਾ ਪੈਸਾ ਕਿਉਂ ਨਾ ਲਾਈਏ। 10ਵਾਂ, ਨਕਾਰਾਤਮਕ। ਮੈਂ ਇਸ ਕੰਮ ਲਈ ਜ਼ਿਆਦਾ ਗੱਭਰੂ ਜਾਂ ਬੁੱਢਾ ਹਾਂ। ਸਕਾਰਾਤਮਕ। ਗੱਭਰੂ ਬੁੱਢਾ ਹੋਣਾ ਇੱਕ ਫਾਇਦੇ ਦੀ ਗੱਲ ਹੈ। 11ਵਾਂ, ਇਹ ਉਪਾਅ ਸਫਲ ਨਹੀਂ ਹੋਏਗਾ, ਮੈਂ ਇਹ ਸਾਬਤ ਕਰ ਸਕਦਾ ਕਿ ਚਿੱਤਰ, ਹਨੇਰਾ, ਉਦਾਸੀ, ਨਿਰਾਸ਼ਾ, ਦੁੱਖ ਅਸਫਲ। ਸਕਾਰਾਤਮਕ। ਇਹ ਉਪਾਅ ਸਫਲ ਹੋਏਗਾ, ਮੈਂ ਸਾਬਤ ਕਰ ਸਕਦਾ। ਚਿੱਤਰ, ਚਮਕੀਲਾ, ਆਸ਼ਾ, ਸਫਲ, ਆਨੰਦ, ਜਿੱਤ। ਵੱਡੇ ਚਿੰਤਕ ਦੀ ਸ਼ਬਦਾਵਲੀ ਵਿਕਸਿਤ ਕਰਨ ਦੇ 4 ਤਰੀਕੇ। ਇੱਥੇ 4 ਤਰੀਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਵੱਡੇ ਚਿੰਤਕ ਦੀ ਸ਼ਬਦਾਵਲੀ ਵਿਕਸਿਤ ਕਰ ਸਕਦੇ ਹੋ। ਪਹਿਲਾ, ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਵੱਡੇ ਸਕਾਰਾਤਮਕ ਆਸ਼ਾਵਾਦੀ ਸ਼ਬਦਾਂ ਤੇ ਵਾਕਾਂ ਦਾ ਇਸਤੇਮਾਲ ਕਰੋ। ਜਦ ਕੋਈ ਤੁਹਾਡੇ ਤੋਂ ਪੁੱਛਦਾ ਤੁਸੀਂ ਅੱਜ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੇ ਤੁਸੀਂ ਉਹਨੂੰ ਜਵਾਬ ਦਿੰਦੇ ਹੋ, ਮੈਂ ਥੱਕਿਆ ਹੋਇਆ, ਮੇਰਾ ਸਿਰ ਦਰਦ ਹੈ, ਕਾਸ਼ ਕਿ ਅੱਜ ਸ਼ਨੀਚਰਵਾਰ ਹੁੰਦਾ, ਮੇਰਾ ਅੱਜ ਬਹੁਤ ਬੁਰਾ ਹਾਲ ਹੈ, ਤਾਂ ਤੁਸੀਂ ਆਪਣੇ ਹੱਥਾਂ ਨਾਲ ਆਪਣੀ ਸਥਿਤੀ ਵਿਗਾੜ ਰਹੇ ਹੋ। ਇਹਦਾ ਅਭਿਆਸ ਕਰੋ। ਇੱਕ ਬਹੁਤ ਸੌਖੀ ਗੱਲ ਹੈ, ਪਰ ਇਸ 'ਚ ਬੜੀ ਸ਼ਕਤੀ ਹੈ। ਜਦ ਵੀ ਕੋਈ ਤੁਹਾਡੇ ਤੋਂ ਪੁੱਛੇ ਤੁਸੀਂ ਕਿਸ ਤਰ੍ਹਾਂ ਦੇ ਹੋ ਜਾਂ ਅੱਜ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਜਵਾਬ 'ਚ ਹਮੇਸ਼ਾ ਕਹੋ ਬਹੁਤ ਵਧੀਆ, ਧੰਨਵਾਦ, ਤੇ ਤੁਸੀਂ ਕਿਸ ਤਰ੍ਹਾਂ ਹੋ, ਜਾਂ ਕਹੋ ਬਿਹਤਰੀਨ ਜਾਂ ਸ਼ਾਨਦਾਰ। ਹਰ ਮੌਕੇ ਤੇ ਕਹੋ ਕਿ ਤੁਸੀਂ ਵਧੀਆ ਮਹਿਸੂਸ ਕਰ ਰਹੇ ਹੋ ਤੇ ਤੁਸੀਂ ਸੱਚੀ ਵਧੀਆ ਮਹਿਸੂਸ ਕਰਨ ਲੱਗੋਗੇ ਤੇ ਜ਼ਿਆਦਾ ਵੱਡਾ ਵੀ। ਇੱਕ ਇਹੋ ਜਿਹਾ ਬੰਦਾ ਬਣੋ ਜਿਹੜਾ ਹਮੇਸ਼ਾ ਵਧੀਆ ਮਹਿਸੂਸ ਕਰਦਾ ਹੈ, ਇਸ ਨਾਲ ਦੋਸਤ ਵੀ ਬਣਦੇ ਆ। ਦੂਸਰਾ, ਦੂਜੇ ਲੋਕਾਂ ਦਾ ਵਰਣਨ ਕਰਦੇ ਸਮੇਂ ਚਮਕੀਲੇ, ਖੁਸ਼ਨੁਮਾ, ਸਕਾਰਾਤਮਕ ਸ਼ਬਦਾਂ ਤੇ ਵਾਕਾਂ ਦਾ ਇਸਤੇਮਾਲ ਕਰੋ। ਨੇਮ ਬਣਾ ਲਓ ਕਿ ਤੁਸੀਂ ਆਪਣੇ ਸਾਰੇ ਦੋਸਤਾਂ ਤੇ ਸਹਿਯੋਗੀਆਂ ਦੇ ਵਾਸਤੇ ਵੱਡੇ ਸਕਾਰਾਤਮਕ ਸ਼ਬਦਾਂ ਦਾ ਇਸਤੇਮਾਲ ਕਰੋਗੇ। ਜਦੋਂ ਤੁਸੀਂ ਕਿਸੇ ਦੇ ਨਾਲ ਕਿਸੇ ਤੀਜੇ ਗੈਰ ਹਾਜ਼ਰ ਇਨਸਾਨ ਦੇ ਬਾਰੇ ਗੱਲ ਕਰ ਰਹੇ ਹੋ ਤਾਂ ਤੁਸੀਂ ਉਹਦੀ ਵੱਡੇ ਸ਼ਬਦਾਂ 'ਚ ਤਾਰੀਫ ਕਰੋ। ਹਾਂਜੀ, ਉਹ ਵਧੀਆ ਆਦਮੀ ਹੈ, ਲੋਕੀ ਕਹਿੰਦੇ ਆ ਕਿ ਉਹਦਾ ਕੰਮ ਬਹੁਤ ਵਧੀਆ ਹੈ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਸੀਂ ਉਹਦੀ ਬੁਰਾਈ ਜਾਂ ਘਟੀਆ ਭਾਸ਼ਾ ਦਾ ਇਸਤੇਮਾਲ ਨਾ ਕਰੋ। ਦੇਰ ਸਵੇਰ ਉਸ ਤੀਜੇ ਆਦਮੀ ਨੂੰ ਪਤਾ ਚੱਲ ਹੀ ਜਾਂਦਾ ਹੈ ਕਿ ਤੁਸੀਂ ਕੀ ਕਿਹਾ ਸੀ ਤੇ ਤੁਸੀਂ ਜਿਹੜੀ ਬੁਰਾਈ ਕੀਤੀ ਸੀ ਉਹ ਤੁਹਾਨੂੰ ਹੀ ਬੁਰਾ ਬਣਾ ਸਕਦੀ ਹੈ। ਤੀਸਰਾ, ਦੂਜਿਆਂ ਦਾ ਉਤਸ਼ਾਹ ਵਧਾਉਣ ਲਈ ਸਕਾਰਾਤਮਕ ਭਾਸ਼ਾ ਦਾ ਇਸਤੇਮਾਲ ਕਰੋ।
ਹਰ ਮੌਕੇ ਤੇ ਲੋਕਾਂ ਦੀ ਤਾਰੀਫ ਕਰੋ। ਆਪਣੀ ਪਤਨੀ ਜਾਂ ਪਤੀ ਦੀ ਹਰ ਰੋਜ਼ ਪ੍ਰਸ਼ੰਸਾ ਕਰੋ। ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਰੋਜ਼ ਤਾਰੀਫ ਕਰੋ। ਜੇ ਸੱਚੀ ਤਾਰੀਫ ਕੀਤੀ ਜਾਏ ਤਾਂ ਸਫਲਤਾ ਦਾ ਔਜ਼ਾਰ ਬਣ ਜਾਂਦੀ ਹੈ। ਇਹਦਾ ਇਸਤੇਮਾਲ ਕਰੋ। ਇਹਦਾ ਪ੍ਰਯੋਗ ਬਾਰ-ਬਾਰ ਹਰ ਵਾਰ ਕਰੋ। ਲੋਕਾਂ ਦੇ ਹੁਲੀਏ, ਉਹਨਾਂ ਦੇ ਕੰਮ, ਉਹਨਾਂ ਦੀਆਂ ਉਪਲਬਧੀਆਂ, ਉਹਨਾਂ ਦੇ ਪਰਿਵਾਰਾਂ ਦੀ ਤਾਰੀਫ ਕਰੋ। ਚੌਥਾ, ਦੂਜਿਆਂ ਦੇ ਸਾਹਮਣੇ ਯੋਜਨਾ ਪੇਸ਼ ਕਰਨ ਵੇਲੇ ਸਕਾਰਾਤਮਕ ਸ਼ਬਦਾਂ ਦਾ ਇਸਤੇਮਾਲ ਕਰੋ। ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਨ, ਮੈਂ ਤੁਹਾਨੂੰ ਇੱਕ ਚੰਗੀ ਖਬਰ ਸੁਣਾਉਣਾ ਚਾਹੁੰਦਾ। ਸਾਡੇ ਸਾਹਮਣੇ ਇੱਕ ਸੁਨਹਿਰਾ ਮੌਕਾ ਹੈ ਤਾਂ ਉਹਨਾਂ ਦੇ ਦਿਮਾਗ 'ਚ ਆਸ਼ਾ ਜਾਗ ਜਾਂਦੀ ਹੈ। ਪਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਸੁਣਦੇ ਆ, ਚਾਹੇ ਤੁਸੀਂ ਪਸੰਦ ਕਰੋ ਜਾਂ ਨਾ ਕਰੋ, ਅਸੀਂ ਇਹ ਕੰਮ ਕਰਨਾ ਹੀ ਹੈ, ਤਾਂ ਦਿਮਾਗ ਦੀ ਫਿਲਮ ਬੇਸੁਆਦੀ, ਬੋਰਿੰਗ ਹੋ ਜਾਂਦੀ ਹੈ। ਉਹ ਵੀ ਇਸੇ ਤਰ੍ਹਾਂ ਦੇ ਹੋ ਜਾਂਦੇ ਆ। ਜਿੱਤ ਦਾ ਵਾਅਦਾ ਕਰੋ ਤੇ ਉਹਨਾਂ ਦੀਆਂ ਅੱਖਾਂ ਚਮਕ ਆ ਜਾਏਗੀ। ਜਿੱਤ ਦਾ ਵਾਅਦਾ ਕਰੋ ਤੇ ਤੁਹਾਨੂੰ ਹਮਾਇਤ ਹਾਸਲ ਹੋ ਜਾਏਗੀ। ਮਹਿਲ ਬਣਾਓ, ਕਬਰ ਨਾ ਖੋਦੋ। ਇਹ ਨਾ ਦੇਖੋ ਕਿ ਕੀ ਹੋ ਸਕਦਾ ਹੈ, ਇਹ ਦੇਖੋ ਕਿ ਕੀ ਹੋ ਸਕਦਾ ਹੈ। ਇਹ ਨਾ ਦੇਖੋ ਕਿ ਕੀ ਹੈ, ਇਹ ਦੇਖੋ ਕਿ ਕੀ ਹੋ ਸਕਦਾ ਹੈ। ਵੱਡੇ ਦਾਰਸ਼ਨਿਕ ਸਿਰਫ ਇਹੀ ਨਹੀਂ ਦੇਖਦੇ ਕਿ ਕੀ ਹੈ, ਉਹ ਇਹ ਵੀ ਦੇਖ ਸਕਦੇ ਹੈ ਕਿ ਕੀ ਹੋ ਰਿਹਾ ਹੈ। ਇੱਥੇ 4 ਉਦਾਹਰਨਾਂ ਦਿੱਤੀਆਂ ਜਾ ਰਹੀਆਂ। ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ? ਪਹਿਲਾ, ਰੀਅਲ ਐਸਟੇਟ ਦਾ ਮੁੱਲ ਕਿਸ ਤਰ੍ਹਾਂ ਵੱਧਦਾ ਹੈ? ਇੱਕ ਬਹੁਤ ਸਫਲ ਰੀਅਲੇਟਰ ਜਿਹੜਾ ਪੇਂਡੂ ਇਲਾਕੇ ਦੀ ਜਾਇਦਾਦਾਂ ਦਾ ਮਾਹਰ ਹੈ ਦਾ ਕਹਿਣਾ ਹੈ ਕਿ ਜੇ ਅਸੀਂ ਭਵਿੱਖ ਦੀ ਕਲਪਨਾ ਕਰ ਸਕੀਏ ਤਾਂ ਇਸ ਵਿੱਚ ਸਾਨੂੰ ਬਹੁਤ ਮੁਨਾਫਾ ਹੋ ਸਕਦਾ ਹੈ। ਜਿੱਥੇ ਅੱਜ ਕੱਲ੍ਹ ਕੁਝ ਨਹੀਂ, ਉੱਥੇ ਕੱਲ੍ਹ ਕੀ ਹੋ ਸਕਦਾ, ਇਸ ਗੱਲ ਦੀ ਕਲਪਨਾ ਕਰਨਾ ਸਾਨੂੰ ਸਿੱਖਣਾ ਚਾਹੀਦਾ ਹੈ। ਪੇਂਡੂ ਇਲਾਕਾ ਹੋਣ ਕਾਰਨ ਇੱਥੇ ਜ਼ਿਆਦਾਤਰ ਜ਼ਮੀਨ ਜਾਇਦਾਦ, ਮੇਰੇ ਦੋਸਤ ਨੇ ਕਿਹਾ, ਬਹੁਤ ਦਿਲਚਸਪ ਨਹੀਂ ਹੁੰਦੀ। ਮੈਂ ਇਸ ਲਈ ਸਫਲ ਹੋਇਆ ਕਿਉਂਕਿ ਮੈਂ ਆਪਣੇ ਗਾਹਕ ਨੂੰ ਇਹ ਨਹੀਂ ਦੱਸਦਾ ਕਿ ਉਹਨਾਂ ਦੇ ਫਾਰਮ ਦੀ ਹਾਲਤ ਇਸ ਵੇਲੇ ਕਿਹੋ ਜਿਹੀ ਹੈ। ਮੈਂ ਆਪਣੇ ਪੂਰੇ ਸੇਲਸ ਪਲਾਨ ਨੂੰ ਇਸ ਗੱਲ ਦੇ ਚਾਰੇ ਪਾਸੇ ਬਣਾਉਣਾ, ਇਹ ਫਾਰਮ ਭਵਿੱਖ 'ਚ ਕੀ ਬਣ ਸਕਦੇ ਆ। ਗਾਹਕ ਨੂੰ ਜੇ ਮੈਂ ਸਿੱਧੇ ਢੰਗ ਨਾਲ ਇਹ ਦੱਸਾਂ ਵੀ ਇਸ ਫਾਰਮ 'ਚ ਇੰਨੇ ਏਕੜ ਜ਼ਮੀਨ, ਇੰਨੇ ਏਕੜ ਦਰਖਤ ਹਨ, ਇਹ ਸ਼ਹਿਰ ਤੋਂ ਇੰਨੇ ਮੀਲ ਦੂਰ ਹੈ, ਤੇ ਇਸ ਨਾਲ ਉਹ ਉਤਸ਼ਾਹਿਤ ਨਹੀਂ ਹੋਏਗਾ, ਇਹਨੂੰ ਕਦੇ ਨਹੀਂ ਖਰੀਦੇਗਾ। ਜਦੋਂ ਮੈਂ ਉਹਨੂੰ ਇੱਕ ਇਹੋ ਜਿਹੀ ਯੋਜਨਾ ਦੱਸਦਾ ਉਹ ਇਸ ਫਾਰਮ ਤੇ ਕੀ ਕਰ ਸਕਦਾ ਹੈ, ਤਾਂ ਉਹ ਇਸ ਫਾਰਮ ਨੂੰ ਖੁਸ਼ੀ-ਖੁਸ਼ੀ ਖਰੀਦ ਲੈਂਦਾ। ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਸ ਤਰ੍ਹਾਂ ਕਰਦਾ। ਉਹਨੇ ਆਪਣਾ ਬਰੀਫ ਕੇਸ ਖੋਲ੍ਹਿਆ, ਇੱਕ ਫਾਈਲ ਕੱਢੀ, ਇਹ ਫਾਰਮ, ਉਹਨੇ ਕਿਹਾ, ਹੁਣੇ ਸਾਡੇ ਕੋਲ ਆਇਆ ਹੈ, ਇਹ ਵੀ ਬਾਕੀ ਫਾਰਮਾਂ ਦੀ ਤਰ੍ਹਾਂ ਹੈ। ਇਹ ਸ਼ਹਿਰ ਤੋਂ 43 ਮੀਲਾਂ ਦੀ ਦੂਰੀ ਤੇ ਹੈ। ਇਹਦੇ ਘਰ ਟੁੱਟੀ-ਫੁੱਟੀ ਹਾਲਤ ਵਿੱਚ ਹਨ ਤੇ ਪਿਛਲੇ 5 ਸਾਲਾਂ ਤੋਂ ਇੱਥੇ ਖੇਤੀ ਨਹੀਂ ਹੋਈ ਹੈ। ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਕੀ ਕੀਤਾ। ਮੈਂ ਇਸ ਜਗ੍ਹਾ ਦਾ ਪੂਰਾ ਅਧਿਐਨ ਕਰਨ ਪਿੱਛੋਂ ਪਿਛਲੇ ਹਫ਼ਤੇ 2 ਦਿਨ ਉੱਥੇ ਹੀ ਗੁਜ਼ਾਰੇ। ਮੈਂ ਇਸ ਪੂਰੀ ਥਾਂ ਦੇ ਕਈ ਚੱਕਰ ਲਾਏ। ਮੈਂ ਗੁਆਂਢੀ ਫਾਰਮਾਂ ਨੂੰ ਵੇਖਿਆ। ਮੈਂ ਵਰਤਮਾਨ ਤੇ ਪ੍ਰਸਤਾਵਿਤ ਹਾਈਵੇ ਪਲਾਨ ਦੇ ਸੰਦਰਭਾਂ ਵਿੱਚ ਵੀ ਫਾਰਮ ਦੀ ਸਥਿਤੀ ਵੇਖੀ। ਮੈਂ ਆਪਣੇ ਆਪ ਨੂੰ ਪੁੱਛਿਆ, ਇਹ ਫਾਰਮ ਕਿਸ ਵੱਡੇ ਕੰਮ ਲਈ ਠੀਕ ਰਹੇਗਾ। ਮੈਨੂੰ ਇਸ ਵਿੱਚ 3 ਸੰਭਾਵਨਾਵਾਂ ਦਿਸੀਆਂ। ਮੈਂ ਤਿੰਨਾਂ ਦੀਆਂ ਹੀ ਯੋਜਨਾਵਾਂ ਬਣਾ ਲਈਆਂ। ਉਹਨੇ ਮੈਨੂੰ ਹਰ ਯੋਜਨਾ ਦਿਖਾਈ। ਹਰ ਯੋਜਨਾ ਸਪਸ਼ਟ ਸੀ ਤੇ ਵਿਸਥਾਰ ਨਾਲ ਬਣੀ ਹੋਈ ਸੀ। ਇੱਕ ਪਲਾਨ 'ਚ ਸੁਝਾਅ ਦਿੱਤਾ ਗਿਆ ਸੀ ਕਿ ਫਾਰਮ ਨੂੰ ਘੋੜਸਵਾਰੀ ਲਈ ਅਸਤਬਲ 'ਚ ਤਬਦੀਲ ਕਰ ਦਿੱਤਾ ਜਾਏ। ਇਸ ਪਲਾਨ 'ਚ ਦੱਸਿਆ ਗਿਆ ਸੀ ਕਿ ਵਿਚਾਰ ਦਮਦਾਰ ਹੈ, ਸ਼ਹਿਰ ਵੱਧ ਰਿਹਾ ਹੈ, ਲੋਕ ਪਿੰਡਾਂ ਨੂੰ ਜ਼ਿਆਦਾ ਪਸੰਦ ਕਰਨ ਲੱਗੇ ਹੈ ਤੇ ਲੋਕ ਮਨੋਰੰਜਨ ਤੇ ਜ਼ਿਆਦਾ ਖਰਚ ਕਰਨ ਲੱਗੇ ਹੈ, ਸੜਕਾਂ ਚੰਗੀਆਂ। ਇਸ ਪਲਾਨ 'ਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਇੱਥੇ ਕਾਫੀ ਘੋੜੇ ਰੱਖੇ ਜਾ ਸਕਦੇ ਆ, ਜਿਸ ਨਾਲ ਘੋੜਸਵਾਰੀ ਤੋਂ ਕਾਫੀ ਆਮਦਨੀ ਕੀਤੀ ਜਾ ਸਕਦੀ ਹੈ। ਘੋੜਸਵਾਰੀ ਲਈ ਅਸਤਬਲ ਦਾ ਵਿਚਾਰ ਕਾਫੀ ਚੰਗਾ, ਕਾਫੀ ਪ੍ਰੇਰਨਾਦਾਈ ਸੀ। ਯੋਜਨਾ ਨੂੰ ਸਪਸ਼ਟ, ਵਿਸਤਾਰਤ ਤੇ ਦਮਦਾਰ ਹੋਣਾ ਚਾਹੀਦਾ ਹੈ। ਮੈਂ ਦੇਖ ਸਕਦਾ ਸੀ ਕਿ ਦਰਖਤਾਂ ਵਿਚਕਾਰ ਗੁਜ਼ਰਦੇ ਹੋਏ ਇੱਕ ਦਰਜਨ ਜੋੜੇ ਘੋੜਸਵਾਰੀ ਦਾ ਆਨੰਦ ਲੈ ਰਹੇ ਹਨ। ਇਸੇ ਢੰਗ ਨਾਲ ਇਸ ਮਿਹਨਤੀ ਸੇਲਜ਼ਮੈਨ ਨੇ ਦੂਜੀ ਵਿਸਤ੍ਰਿਤ ਯੋਜਨਾ ਬਣਾਈ, ਕਿਸ ਤਰ੍ਹਾਂ ਇਹਨੂੰ ਦਰਖਤਾਂ ਦੇ ਫਾਰਮ ਵਿੱਚ ਬਦਲਿਆ ਜਾ ਸਕਦਾ ਹੈ। ਤੀਜੀ ਯੋਜਨਾ ਸੀ ਇੱਥੇ ਟਰੀ ਫਾਰਮਿੰਗ ਦੇ ਨਾਲ ਪੋਲਟਰੀ ਫਾਰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਹੁਣ ਜਦ ਮੈਂ ਆਪਣੇ ਗਾਹਕਾਂ ਨਾਲ ਚਰਚਾ ਕਰਦਾ ਤਾਂ ਮੈਨੂੰ ਉਹਨਾਂ ਨੂੰ ਭਰੋਸਾ ਨਹੀਂ ਦਿਵਾਉਣਾ ਹੁੰਦਾ ਕਿ ਇਹਦੀ ਵਰਤਮਾਨ ਹਾਲਤ 'ਚ ਇਸ ਫਾਰਮ ਨੂੰ ਖਰੀਦਣਾ ਇੱਕ ਚੰਗਾ ਸੌਦਾ ਹੈ। ਮੈਂ ਉਹਨਾਂ ਨੂੰ ਇੱਕ ਇਹੋ ਜਿਹੀ ਤਸਵੀਰ ਦਿਖਾਉਣਾ ਜਿਸ ਨਾਲ ਫਾਰਮ ਪੈਸਾ ਬਣਾਉਣ ਵਾਲਾ ਕਾਰੋਬਾਰ ਬਣ ਜਾਂਦਾ ਹੈ। ਇਸ ਨਾਲ ਮੈਂ ਨਾ ਕੇਵਲ ਜ਼ਿਆਦਾ ਫਾਰਮ ਵੇਚ ਸਕਦਾ, ਜ਼ਿਆਦਾ ਤੇਜ਼ੀ ਨਾਲ ਵੇਚ ਸਕਦਾ, ਬਲਕਿ ਜਾਇਦਾਦ ਵੇਚਣ ਦੇ ਮੇਰੇ ਤਰੀਕੇ ਦਾ ਇਹ ਹੋਰ ਫਾਇਦਾ ਵੀ ਹੈ। ਮੈਂ ਆਪਣੇ ਵਿਰੋਧੀਆਂ ਤੋਂ ਜ਼ਿਆਦਾ ਕੀਮਤ ਤੇ ਫਾਰਮ ਵੇਚ ਸਕਦਾ। ਲੋਕ ਜ਼ਮੀਨ ਤੇ ਇੱਕ ਵਿਚਾਰ ਵਾਸਤੇ ਜਿਹੜੀ ਕੀਮਤ ਦਿੰਦੇ ਆ ਉਹ ਕੇਵਲ ਜ਼ਮੀਨ ਲਈ ਦਿੱਤੀ ਕੀਮਤ ਨਾਲੋਂ ਸੁਭਾਵਿਕ ਤੌਰ ਤੇ ਜ਼ਿਆਦਾ ਹੁੰਦੀ ਹੈ। ਇਸੇ ਕਾਰਨ
ਜ਼ਿਆਦਾਤਰ ਲੋਕ ਆਪਣੇ ਫਾਰਮਾਂ ਨੂੰ ਮੇਰੇ ਕੋਲੋਂ ਵਿਕਵਾਉਣਾ ਚਾਹੁੰਦੇ ਆ ਤੇ ਹਰ ਵਿਕਰੀ ਤੇ ਮੇਰਾ ਕਮਿਸ਼ਨ ਵੱਧਦਾ ਜਾਂਦਾ ਹੈ। ਇਸ ਦਾ ਸੰਦੇਸ਼ ਇਹ ਹੈ, ਵਰਤਮਾਨ 'ਚ ਚੀਜ਼ਾਂ ਕਿਹੋ ਜਿਹੀਆਂ ਹਨ ਇਹ ਦੇਖਣ ਦੀ ਬਜਾਏ ਦੇਖੋ ਕਿ ਉਹ ਭਵਿੱਖ ਵਿੱਚ ਕਿਸ ਤਰ੍ਹਾਂ ਹੋ ਸਕਦੀਆਂ ਹਨ। ਕਲਪਨਾ ਸ਼ਕਤੀ ਨਾਲ ਹਰ ਚੀਜ਼ ਜ਼ਿਆਦਾ ਕੀਮਤੀ ਬਣ ਜਾਂਦੀ ਹੈ। ਵੱਡਾ ਦਾਰਸ਼ਨਿਕ ਹਮੇਸ਼ਾ ਇਸ ਗੱਲ ਦੀ ਕਲਪਨਾ ਕਰ ਲੈਂਦਾ ਹੈ ਕਿ ਭਵਿੱਖ 'ਚ ਕੀ ਕੀਤਾ ਜਾ ਸਕਦਾ। ਉਹ ਕੇਵਲ ਵਰਤਮਾਨ 'ਚ ਹੀ ਨਹੀਂ ਉਲਝਿਆ ਰਹਿੰਦਾ। ਦੂਸਰਾ, ਇੱਕ ਗਾਹਕ ਦਾ ਕਿੰਨਾ ਮੁੱਲ ਹੁੰਦਾ ਹੈ। ਇੱਕ ਡਿਪਾਰਟਮੈਂਟ ਸਟੋਰ ਐਗਜ਼ੀਕਿਊਟਿਵ ਮੈਨੇਜਰਾਂ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੀ ਸੀ। ਉਹਨਾਂ ਕਿਹਾ, ਹਾਲਾਂਕਿ ਮੇਰੇ ਵਿਚਾਰ ਤੁਹਾਨੂੰ ਬਹੁਤ ਪੁਰਾਣੇ ਜ਼ਮਾਨੇ ਦੇ ਲੱਗਣਗੇ, ਪਰ ਮੈਂ ਉਸ ਵਿਚਾਰਧਾਰਾ ਦੀ ਹਾਂ। ਜੇਕਰ ਤੁਸੀਂ ਆਪਣੇ ਗਾਹਕਾਂ ਨਾਲ ਦੋਸਤਾਨਾ ਤੇ ਵਧੀਆ ਵਿਹਾਰ ਕਰੋਗੇ ਤਾਂ ਬਾਰ-ਬਾਰ ਤੁਹਾਡੇ ਕੋਲ ਆਉਣਗੇ। ਇੱਕ ਦਿਨ ਮੈਂ ਆਪਣੇ ਸਟੋਰ 'ਚ ਘੁੰਮ ਰਹੀ ਸੀ। ਮੈਂ ਆਪਣੇ ਸੇਲਸਮੈਨ ਨੂੰ ਇੱਕ ਗਾਹਕ ਨਾਲ ਬਹਿਸ ਕਰਦੇ ਸੁਣਿਆ। ਗਾਹਕ ਗੁੱਸੇ 'ਚ ਬਾਹਰ ਚਲਾ ਗਿਆ। ਇਸ ਤੋਂ ਬਾਅਦ ਸੇਲਸਮੈਨ ਨੇ ਦੂਜੇ ਸੇਲਸਮੈਨ ਨੂੰ ਕਿਹਾ, ਮੈਂ $1.98 ਦੇ ਗ੍ਰਾਹਕ ਦੇ ਪਿੱਛੇ ਆਪਣਾ ਸਮਾਂ ਕਿਉਂ ਬਰਬਾਦ ਕਰਾਂ? ਉਹਦੀ ਲੋੜ ਦੇ ਸਮਾਨ ਲਈ ਮੈਂ ਪੂਰਾ ਸਟੋਰ ਕਿਉਂ ਛਾਣਾ? ਉਹ ਇਸ ਕਾਬਲ ਹੀ ਨਹੀਂ ਹੈ। ਮੈਂ ਉੱਥੋਂ ਚਲੀ ਆਈ। ਐਗਜ਼ੀਕਿਊਟਿਵ ਨੇ ਕਿਹਾ, ਪਰ ਮੈਂ ਆਪਣੇ ਦਿਮਾਗ ਵਿੱਚੋਂ ਉਸ ਗੱਲ ਨੂੰ ਨਾ ਕੱਢ ਸਕੀ। ਮੈਂ ਸੋਚਿਆ, ਬਹੁਤ ਗੰਭੀਰ ਮਸਲਾ ਹੈ। ਜਦੋਂ ਸਾਡੇ ਸੇਲਸਮੈਨ ਆਪਣੇ ਗ੍ਰਾਹਕਾਂ ਨੂੰ 1.98 ਦੀ ਲੜੀ 'ਚ ਰੱਖਦੇ ਹਨ, ਮੈਂ ਉਸੇ ਵੇਲੇ ਹੀ ਨਿਰਣਾ ਲਿਆ ਕਿ ਸੋਚ ਦੇ ਇਸ ਢੰਗ ਨੂੰ ਬਦਲਣਾ ਪਏਗਾ। ਜਦੋਂ ਮੈਂ ਵਾਪਸ ਆਪਣੇ ਦਫ਼ਤਰ ਪੁੱਜੀ ਤਾਂ ਆਪਣੇ ਰਿਸਰਚ ਡਾਇਰੈਕਟਰ ਨੂੰ ਬੁਲਾਇਆ ਤੇ ਉਹਨੂੰ ਪੁੱਛਿਆ ਕਿ ਸਾਡੇ ਸਟੋਰ 'ਚੋਂ ਪਿਛਲੇ ਸਾਲ ਔਸਤ ਗਾਹਕ ਦੇ ਕਿੰਨੇ ਪੈਸਿਆਂ ਦਾ ਮਾਲ ਖਰੀਦਿਆ। ਉਹਨੇ ਮੈਨੂੰ ਜਿਹੜਾ ਅੰਕੜਾ ਦੱਸਿਆ ਉਸ ਨਾਲ ਮੈਨੂੰ ਹੈਰਾਨੀ ਹੋਈ। ਸਾਡੇ ਰਿਸਰਚ ਡਾਇਰੈਕਟਰ ਦੇ ਅੰਕੜਿਆਂ ਮੁਤਾਬਕ ਔਸਤ ਗਾਹਕ ਨੇ ਸਾਡੇ ਸਟੋਰ ਤੋਂ $362 ਦਾ ਸਮਾਨ ਖਰੀਦਿਆ। ਇਸ ਤੋਂ ਬਾਅਦ ਮੈਂ ਆਪਣੇ ਸੁਪਰਵਾਈਜ਼ਰਾਂ ਦੀ ਮੀਟਿੰਗ ਬੁਲਾਈ, ਉਹਨਾਂ ਨੂੰ ਘਟਨਾ ਦੱਸੀ। ਫਿਰ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਸਾਡੇ ਗਾਹਕ ਦਾ ਮੁੱਲ ਅਸਲ 'ਚ ਕਿੰਨਾ ਹੈ। ਇੱਕ ਵਾਰ ਮੈਂ ਜਦੋਂ ਉਹਨਾਂ ਲੋਕਾਂ ਨੂੰ ਇਹ ਸਮਝਾ ਦਿੱਤਾ ਕਿ ਕਿਸੇ ਗਾਹਕ ਨੂੰ ਇੱਕ ਵਾਰੀ ਦੀ ਖਰੀਦਦਾਰੀ ਦੇ ਹਿਸਾਬ ਨਾਲ ਨਹੀਂ ਤੋਲਣਾ ਚਾਹੀਦਾ, ਬਲਕਿ ਸਾਲਾਨਾ ਖਰੀਦਦਾਰੀ ਦੇ ਹਿਸਾਬ ਮੁਤਾਬਕ ਤੋਲਣਾ ਚਾਹੀਦਾ ਹੈ, ਤਾਂ ਸਾਡੇ ਸਟੋਰ 'ਚ ਗਾਹਕਾਂ ਪ੍ਰਤੀ ਨਜ਼ਰੀਆ ਪੂਰੀ ਤਰ੍ਹਾਂ ਹੀ ਬਦਲ ਗਿਆ। ਰਿਟੇਲਿੰਗ ਐਗਜ਼ੀਕਿਊਟਿਵ ਦੀ ਇਹ ਗੱਲ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ 'ਤੇ ਲਾਗੂ ਹੁੰਦੀ ਹੈ। ਬਾਰ-ਬਾਰ ਦੇ ਬਿਜ਼ਨਸ 'ਚ ਮੁਨਾਫਾ ਹੁੰਦਾ ਹੈ। ਆਮ ਕਰਕੇ ਕੁਝ ਸੇਲਸ ਦੀ ਸ਼ੁਰੂਆਤ ਵਿੱਚ ਤੇ ਕੋਈ ਮੁਨਾਫਾ ਹੀ ਨਹੀਂ ਹੁੰਦਾ। ਗਾਹਕਾਂ ਦੀ ਭਵਿੱਖ ਦੀ ਖਰੀਦ ਨੂੰ ਦੇਖੋ, ਇਹ ਨਾ ਦੇਖੋ ਕਿ ਵਰਤਮਾਨ 'ਚ ਕੀ ਖਰੀਦ ਰਹੇ ਆ। ਗਾਹਕਾਂ ਨੂੰ ਮੁੱਲਵਾਨ ਸਮਝਣ ਨਾਲ ਉਹ ਬੜੇ ਨਿਯਮਤ ਗਾਹਕਾਂ 'ਚ ਬਦਲ ਜਾਂਦੇ ਹੈ। ਗਾਹਕਾਂ ਨੂੰ ਛੋਟਾ ਸਮਝਣ ਨਾਲ ਉਹ ਕਿਸੇ ਦੂਜੀ ਜਗ੍ਹਾ ਤੋਂ ਸਮਾਨ ਖਰੀਦਣ ਲੱਗਦੇ ਹੈ। ਇੱਕ ਵਿਦਿਆਰਥੀ ਨੇ ਇੱਕ ਵਾਰੀ ਮੈਨੂੰ ਇੱਕ ਮਹੱਤਵਪੂਰਨ ਘਟਨਾ ਸੁਣਾਈ ਤੇ ਦੱਸਿਆ ਕਿ ਉਹ ਇੱਕ ਰੈਸਟੋਰੈਂਟ 'ਚ ਕਦੇ ਨਾਸ਼ਤਾ ਕਿਉਂ ਨਹੀਂ ਕਰਦਾ। ਇੱਕ ਦਿਨ ਲੰਚ ਲਈ ਵਿਦਿਆਰਥੀ ਨੇ ਕਿਹਾ ਕਿ ਮੈਂ ਇੱਕ ਨਵੇਂ ਰੈਸਟੋਰੈਂਟ 'ਚ ਜਾਣ ਦਾ ਨਿਰਣਾ ਲਿਆ। ਇਹ ਰੈਸਟੋਰੈਂਟ 2 ਹਫ਼ਤੇ ਪਹਿਲਾਂ ਹੀ ਖੁੱਲਿਆ ਸੀ। ਇਨੀ ਦਿਨੀ ਮੇਰੇ ਲਈ ਪੈਸਾ ਬੜਾ ਮਹੱਤਵਪੂਰਨ ਸੀ, ਇਸ ਲਈ ਮੈਂ ਪੱਕਾ ਕਰ ਲੈਣਾ ਚਾਹੁੰਦਾ ਸੀ ਕਿ ਮੈਂ ਜਿਹੜੀ ਚੀਜ਼ ਖਰੀਦ ਰਿਹਾ ਉਹਦਾ ਮੁੱਲ ਕੀ ਹੈ। ਮੀਟ ਸੈਕਸ਼ਨ ਦੇ ਕੋਲੋਂ ਗੁਜ਼ਰਦੇ ਵਕਤ ਮੈਂ ਟਰਕੀ ਨੂੰ ਦੇਖਿਆ। ਉਸ ਤੇ ਮੁੱਲ ਪਿਆ ਹੋਇਆ ਸੀ 39 ਸੈਂਟ। ਜਦ ਮੈਂ ਕੈਸ਼ ਰਜਿਸਟਰ ਦੇ ਕੋਲ ਗਿਆ ਤਾਂ ਚੈਕਰ ਨੇ ਮੇਰੀ ਟਰੇ ਨੂੰ ਦੇਖਿਆ ਤੇ ਕਿਹਾ 1.9। ਮੈਂ ਨਿਮਰਤਾ ਸਹਿਤ ਉਹਨੂੰ ਦੁਬਾਰਾ ਚੈੱਕ ਕਰਨ ਲਈ ਕਿਹਾ, ਕਿਉਂਕਿ ਮੇਰੇ ਹਿਸਾਬ ਨਾਲ ਬਿੱਲ 99 ਸੈਂਟ ਦਾ ਹੋਣਾ ਚਾਹੀਦਾ ਸੀ। ਮੇਰੇ ਵੱਲ ਘੂਰਨ ਤੋਂ ਬਾਅਦ ਉਹਨੇ ਫਿਰ ਹਿਸਾਬ ਲਾਇਆ। ਹਿਸਾਬ 'ਚ ਜਿਹੜਾ ਫਰਕ ਆ ਰਿਹਾ ਸੀ ਉਹ ਟਰਕੀ ਦੇ ਮੁੱਲ ਦੇ ਕਾਰਨ ਸੀ। ਉਹਨੇ 39 ਸੈਂਟ ਦੀ ਥਾਂ ਮੇਰੇ ਤੋਂ 49 ਸੈਂਟ ਲਏ ਸਨ। ਇਸ ਤੇ ਉਹ ਭੜਕ ਗਈ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਸਾਈਨ ਬੋਰਡ ਤੇ ਕੀ ਲਿਖਿਆ ਹੈ। ਇਹਦਾ ਮੁੱਲ ਹੈ 49 ਸੈਂਟ। ਦੇਖੋ, ਇਹ ਰਹੀ ਅੱਜ ਦੀ ਮੁੱਲ ਸੂਚੀ। ਕਿਸੇ ਨੇ ਗਲਤੀ ਨਾਲ ਉੱਥੇ ਸਾਈਨ ਬੋਰਡ ਲਾ ਦਿੱਤਾ ਹੋਵੇਗਾ, ਤੁਹਾਨੂੰ 49 ਸੈਂਟ ਹੀ ਦੇਣੇ ਪੈਣਗੇ। ਮੈਂ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਟਰਕੀ ਲਈ ਇਸ ਖਾਤਰ ਸੀ ਕਿ ਉਹਦਾ ਮੁੱਲ 39 ਸੈਂਟ ਸੀ। ਜੇਕਰ ਇਹਦਾ ਮੁੱਲ 49 ਸੈਂਟ ਹੁੰਦਾ ਤਾਂ ਮੈਂ ਇਹਦੀ ਥਾਂ ਕੋਈ ਦੂਜੀ ਚੀਜ਼ ਲੈ ਲੈਂਦਾ। ਇਹਦੇ ਬਾਵਜੂਦ ਵੀ ਉਹਦਾ ਜਵਾਬ ਸੀ, ਚਾਹੇ ਜੋ ਵੀ ਹੋਵੇ ਤੁਹਾਨੂੰ 49 ਸੈਂਟ ਹੀ ਦੇਣੇ ਪੈਣਗੇ। ਮੈਂ ਇਸ ਤਰ੍ਹਾਂ ਹੀ ਕੀਤਾ ਕਿਉਂਕਿ ਮੈਂ ਉੱਥੇ ਖੜੇ ਰਹਿ ਕੇ ਤਮਾਸ਼ਾ ਨਹੀਂ ਸੀ ਕਰਨਾ ਚਾਹੁੰਦਾ, ਪਰ ਮੈਂ ਉਸੇ ਵੇਲੇ ਨਿਰਣਾ ਵੀ ਕਰ ਲਿਆ ਕਿ ਮੈਂ ਦੁਬਾਰਾ ਉਸ ਰੈਸਟੋਰੈਂਟ 'ਚ ਨਹੀਂ ਜਾਵਾਂਗਾ। ਮੈਂ ਹਰ ਸਾਲ ਲੰਚ ਤੇ $250 ਖਰਚ ਕਰਦਾ ਤੇ ਗੱਲ ਪੱਕੀ ਹੈ ਕਿ ਮੈਂ ਉਸ ਰੈਸਟੋਰੈਂਟ 'ਚ ਇੱਕ ਪੈਸਾ ਵੀ ਖਰਚ ਨਹੀਂ ਕਰਾਂਗਾ। ਇਹ ਛੋਟੇ ਨਜ਼ਰੀਏ ਦਾ ਇੱਕ ਉਦਾਹਰਨ ਹੈ। ਚੈਕਰ ਨੇ ਮੁੱਲ ਦਾ ਨਿੱਕਾ ਜਿਹਾ ਹੀ ਫਰਕ ਦੇਖਿਆ। ਉਹਨੇ ਸੰਭਾਵਤ $250 ਦੀ ਸੇਲ ਨਹੀਂ ਵੇਖੀ। ਧੰਨਵਾਦ।